ਦੋਸਤੋ ਅੱਜ ਅਸੀਂ ਪਹੁੰਚੇ ਹਾਂ ਹਰਮਨ ਕੰਦੋਲਾ ਹੁਰੀ ਉਹਨਾਂ ਦੇ ਕੈਂਪੇਨ ਆਫਿਸ ਦੇ ਵਿੱਚ। ਹਰਮਨ ਕੰਦੋਲਾ ਹੁਰੀ ਇੱਥੇ ਲੋਕਲ ਸਾਡੇ ਸ਼ਹਿਰ ਦੇ ਵਿੱਚ ਵਕੀਲ ਹੈ ਜੀ, ਨੌਜਵਾਨ ਇੱਥੋਂ ਦਾ ਜੰਮਪਲ, ਔਰ ਉਹ ਕਾਉਂਸਲਰ ਲਈ ਇਲੈਕਸ਼ਨ ਜਿਹੜੀ ਹੈ ਐਤਕੀ ਲੜ ਰਹੇ ਨੇ। ਵਾਰਡ ਜਿਹੜਾ ਹੈਗਾ ਸੋਮੋਪਤੀ, ਇਹੀ ਹੈ ਜੀ ਨਾਂ Supamatappi. ਸਮਾਮਟਾਪੀ। ਇਹ ਬੜਾ ਔਖਾ ਨਾਂ ਆ। ਵੈਸੇ ਕਹਿੰਦੇ ਆ ਜੇ ਨਾਂ ਸੌਖੇ ਹੁੰਦੇ ਤਾਂ ਸਾਡੇ ਹੋਰ ਕਈ ਬੰਦੇ ਕੈਂਡੀਡੇਟ ਆ ਜਾਣੇ ਸੀਗੇ, ਨਾਵਾਂ ਕਰਕੇ ਲੋਕਾਂ ਨੂੰ ਉੜਿੱਕਾ ਪਿਆ ਆ। ਖੈਰ ਕੰਦੋਲਾ ਸਾਹਿਬ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। Thank you so much. ਸਾਰੇ ਜਿੰਨੇ ਵੀ listeners ਨੇ, viewers ਨੇ, ਸਾਰਿਆਂ ਦਾ ਸਵਾਗਤ ਹੈ। Thank you for watching and we're really excited. ਸਾਡੀ ਜਿਹੜੀ ਕੈਂਪੇਨ ਹੈ ਤੇ ਬਹੁਤ ਵਧੀਆ ਸਾਨੂੰ ਇੱਕ ਹੌਸਲਾ ਮਿਲ ਰਿਹਾ ਲੋਕਾਂ ਤੋਂ, so we're very excited. We've only got 2 weeks left to go, but ਬਹੁਤ ਵਧੀਆ ਚੱਲ ਰਿਹਾ so far. ਕਿਸ ਤਰ੍ਹਾਂ ਦੇ ਸਵਾਲ ਲੋਕਾਂ ਦੇ ਤੁਹਾਡੇ ਜਦੋਂ ਤੁਸੀਂ ਜਾਂਦੇ ਆ ਡੋਰ ਟੂ ਡੋਰ ਹੁਣ ਵੋਟਾਂ ਮੰਗਣ ਲਈ, ਤਾਂ ਕਿਸ ਤਰ੍ਹਾਂ ਦੇ ਸਵਾਲ ਆ ਰਹੇ ਆ? ਹੁਣ ਲੋਕੀ ਚਾਹੁੰਦੇ ਆ ਕਿ ਸਾਡਾ ਜਿਹੜਾ ਐਡਮਿੰਟਨ ਹੈ ਕਿ ਇੱਕ ਵਧੀਆ ਵਰਲਡ ਕਲਾਸ ਸਿਟੀ ਬਣੇ, ਪਰ ਉਹਦੇ ਲਈ ਜਿਹੜੇ ਸਾਡੇ ਬੇਸਿਕ ਜ਼ਰੂਰਤਾਂ ਉਹ ਪੂਰੀਆਂ ਨਹੀਂ ਹੋ ਰਹੀਆਂ। ਸੋ ਜਦੋਂ ਅਸੀਂ ਦਰਵਾਜ਼ੇ ਜਾਂਦੇ ਆ, ਜਦੋਂ ਅਸੀਂ ਲੋਕਾਂ ਦੇ ਦਰਵਾਜ਼ੇ ਖੜਕਾਉਂਦੇ ਆ ਜਾਂ ਪਾਰਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਮਿਲਦੇ ਆ, ਉਹਨਾਂ ਦਾ ਇਹੀ ਕਹਿਣਾ ਆ ਕਿ ਜਿਹੜੇ ਸਾਡੀ ਬੇਸਿਕ ਨੀਡਸ ਹੈ ਉਹ ਨਹੀਂ ਪੂਰੀਆਂ ਹੁੰਦੀਆਂ। ਅਤੇ ਜਦੋਂ ਅਸੀਂ ਆਪਣਾ ਕੈਂਪੇਨ ਸ਼ੁਰੂ ਕੀਤੀ ਸੀ, ਅਸੀਂ ਇਹ ਸਲੋਗਨ ਰੱਖਿਆ ਸੀ ਕਿ ਡਿਮੈਂਡ ਬੈਟਰ। ਉਹਦਾ ਮਤਲਬ ਇਹੀ ਸੀ ਕਿ ਜਿਹੜੇ ਸਾਡੇ ਸ਼ਹਿਰ ਦੇ ਜੋ ਨੀਡਸ ਆ ਉਸ ਚੀਜ਼ ਨੂੰ ਤੂੰ ਮੰਗੋ ਕਿ ਵੀ ਨੀਡ ਟੂ ਇਨਸ਼ੋਰ ਦੈਟ ਵੀ ਕੈਨ ਹੈਵ ਆਰ ਬੇਸਿਕ ਸਰਵਿਸਿਜ਼ ਮੈਟ। ਨਾਓ ਪਹਿਲਾਂ ਤੋਂ ਅਸੀਂ ਸ਼ੁਰੂ ਕੀਤੀ ਸੀ ਕਿ ਪਾਰਕ ਬੈਂਚਸ ਦੀ ਇੱਕ ਲੋੜ ਵੰਦ ਸੀ ਸਾਡੇ ਕਮਿਊਨਿਟੀ ਨੂੰ, ਐਂਡ ਸਿਟੀ ਵੱਲੋਂ ਇੱਕ ਜਵਾਬ ਆਉਂਦਾ ਹੁੰਦਾ ਸੀ ਕਿ ਬਸ ਤੁਸੀਂ 2 ਹੀ ਬੈਂਚ ਇੱਕ ਏਰੀਆ ਦੇ ਵਿੱਚ 1 ਸਾਲ ਦੇ ਵਿੱਚ ਲਾ ਸਕਦੇ ਆ। ਸਿਟੀ ਵੱਲੋਂ ਤਾਂ ਉਹਨਾਂ ਦਾ ਕਹਿਣਾ ਸੀ ਕਿ ਦਿਸ ਇਜ਼ ਐਨ ਇਕੁਅਲ ਪਾਲਿਸੀ, ਬਟ ਇਟਸ ਇਨਐਕੁਇਟੇਬਲ, ਕਿਉਂਕਿ ਹਰ ਕਮਿਊਨਿਟੀ ਦੀ ਆਪਣੀ ਆਪਣੀ ਨੀਡ ਹੁੰਦੀ ਆ, ਆਪਣੀ ਆਪਣੀ ਲੋੜ ਹੁੰਦੀ ਆ ਕਿ ਤੁਸੀਂ ਉਹ ਸਰਵਿਸਿਜ਼ ਇੱਦਾਂ ਤੁਸੀਂ ਲੋਕਾਂ ਨੂੰ ਦਿਵਾਉਣੇ ਹੁੰਦੇ ਆ ਕਿ ਲੋਕਾਂ ਦੀ ਜਿਹੜੀ ਕਮਿਊਨਿਟੀਜ਼ ਦੀ ਨੀਡਸ ਹੈ ਉਸ ਬੇਸਿਸ 'ਤੇ, ਨਾਟ ਜਸਟ ਬੇਸ ਔਨ ਦ ਫੈਕਟ ਦੈਟ ਇਟਸ ਕੈਨ ਬੀ ਇਕੁਅਲ ਅਕ੍ਰੋਸ ਦ ਸਿਟੀ। ਸੋ ਵੀ ਨੀਡ ਟੂ ਫਾਈਟ ਫॉर ਮੋਰ equitable society and a more equitable service provision. ਜਦੋਂ ਤੁਸੀਂ ਕਹਿੰਦੇ ਆ ਕਿ ਐਕੁਇਟੇਬਲ ਸਰਵਿਸਿਜ਼ ਅਤੇ ਹੋਰ ਜਿਹੜੀ ਆ ਮਤਲਬ ਸੇਵਾਵਾਂ, ਇਹ ਤਾਂ ਇੱਕ ਪੱਖ ਹੋ ਗਿਆ ਵੀ ਚਲੋ ਪਾਰਕਸ ਦੇ ਵਿੱਚ ਬੈਂਚਸ ਲਵਾਉਣ ਦਾ। ਹੋਰ ਕੋਈ ਮੁੱਦੇ ਹੈ ਪਰਟੀਕੂਲਰ ਜੀ? ਇਹ ਤਾਂ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਹੁੰਦਾ ਨਾ, ਲੋਕਾਂ ਕੋਲ ਜਾ ਕੇ ਜਦੋਂ ਕਹਿੰਦੇ ਆ, ਕੋਈ ਮੰਤਰੀ ਆਉਂਦਾ ਉਹ ਕਹਿੰਦਾ ਜੀ ਸਾਡੇ ਇੱਥੇ ਪੁਲੀ ਬਣਾਉਣ ਵਾਲੀ ਆ, ਅਤੇ ਉਹ ਮੰਤਰੀ ਕਹਿ ਦੂਗਾ ਠੀਕ ਆ ਜੀ ਇਹ ਪੁਲੀ ਬਣ ਜਾਏਗੀ। ਮਤਲਬ 2 ਸਮਾਲ ਇਸ਼ੂਜ਼, ਪਰ ਜਿਹੜੇ ਕੋਈ ਹੋਰ ਵੱਡੇ ਇਸ਼ੂ ਹੈਗੇ ਆ ਆਪਣੇ ਇਸ ਵਾਰਡ ਲਈ ਲੋਕਾਂ ਲਈ, ਉਹ ਕਿਹੜੇ ਨੇ? ਸੋ ਦੇਖੋ ਜੀ, ਜੇ ਤੁਸੀਂ ਬੇਸਿਕ ਨੀਡ ਤੱਕ ਤੁਸੀਂ ਲੋਕਾਂ ਦੀ ਕੋਸ਼ਿਸ਼ ਕਰ ਨਹੀਂ ਸਕਦੇ, ਤੁਸੀਂ ਵੱਡੇ ਜਿਹੜੇ ਇਸ਼ੂਜ਼ ਨੇ ਉਹਦੇ ਉੱਪਰ ਕਿੱਦਾਂ ਕੰਮ ਕਰ ਸਕਦੇ ਆ? ਸੋ ਜਦੋਂ ਅਸੀਂ ਲੋਕਾਂ ਕੋਲ ਗਏ, ਲੋਕੀ ਕਹਿੰਦੇ ਕਿ ਜਿਹੜੇ ਸਾਡੇ ਬੇਸਿਕ ਨੀਡਸ ਉਹ ਨਹੀਂ ਪੂਰੀਆਂ ਹੁੰਦੀਆਂ, ਐਂਡ ਦੈਟਸ ਵੇਅਰ ਵੀ ਸੈਡ ਅਸੀਂ ਉੱਥੋਂ ਸ਼ੁਰੂ ਕਰਨਾ ਆ। ਜੇ ਅਸੀਂ ਇੱਕ ਵਾਈਬਰੈਂਟ ਸਿਟੀ ਬਣਾਉਣਾ ਚਾਹੁੰਦੇ ਆ, ਵੀ ਨੀਡ ਟੂ ਬਿਲਡ ਅ ਵਾਈਬਰੈਂਟ ਇਕੋਨਮੀ, we need to ensure inclusion of all people, and we also need to have environmental sustainability. ਉਸ ਵਿਜ਼ਨ ਬਣਾਉਣ ਲਈ ਜੇ ਅਸੀਂ ਉਸ ਵਿਜ਼ਨ ਦੇ ਉੱਪਰ ਅਸੀਂ ਕੰਮ ਕਰਨਾ ਆ, we have to start from the basics, and the basics are things like road maintenance, things like more effective property tax rates, right? We need to deliver for the most vulnerable and most marginalized ਲੋਕ ਜਿਹੜੇ ਸਾਡੇ ਸ਼ਹਿਰ 'ਚ ਰਹਿ ਰਹੇ ਨੇ। ਸੋ ਸਾਨੂੰ ਬੜੀ ਅਫਸੋਸ ਦੀ ਗੱਲ ਆ, ਕਿਉਂਕਿ ਜਦੋਂ ਤੁਸੀਂ ਹੁਣ ਬੈਂਚ ਦੀ ਗੱਲ ਕੀਤੀ ਹੈ, ਇਟਸ ਨਾਟ ਅਬਾਊਟ ਬੈਂਚਸ, ਇਟਸ ਅਬਾਊਟ ਦ ਫੇਲੀਅਰ ਆਫ ਆਰ ਕਰੰਟ ਲੀਡਰਸ਼ਿਪ ਟੂ ਐਡਰੈਸ ਬੇਸਿਕ ਨੀਡਸ ਐਂਡ ਟਰੀਟ ਪੀਪਲ ਵਿਦ ਡਿਗਨਿਟੀ। ਕਰਕੇ ਜਦੋਂ ਤੁਸੀਂ ਪਾਰਕਾਂ ਜਾਂਦੇ ਆ, ਤੁਸੀਂ ਆਪ ਖੁਦ ਦੇਖੋਗੇ ਕਿ ਸਾਡੇ ਕਈ ਬਜ਼ੁਰਗ ਬੀਬੀਆਂ ਸਾਡੇ ਥੱਲੇ ਬੈਠੇ ਆ, ਰਾਈਟ? ਉਹਨਾਂ ਕੋਲ ਬੈਠਣ ਦੀ ਜਗ੍ਹਾ ਨਹੀਂ ਹੈਗੀ। ਅਸੀਂ ਚਾਹੁੰਦੇ ਕੋਵਿਡ ਤੋਂ ਬਾਅਦ ਲੋਕੀ ਬਾਹਰ ਨਿਕਲਣ, ਲੋਕਾਂ ਆਪਸ ਵਿੱਚ ਮਿਲਣ, ਇੱਕ ਸੁਸਾਇਟੀ ਨੂੰ ਜੇ ਤੁਸੀਂ ਬਣਾਉਣਾ ਚਾਹੁੰਦੇ, ਵਧਾਉਣਾ ਚਾਹੁੰਦੇ ਆ, ਇੱਕ ਸੋਸ਼ਲ ਕੰਟਰੈਕਟ ਹੁੰਦਾ ਆ ਕਿ ਲੋਕੀ ਆਪਸ ਵਿੱਚ ਮਿਲਣ, ਉਹਦੇ ਲਈ ਤੁਹਾਨੂੰ ਵਧੀਆ ਪਾਰਕਸ ਐਂਡ ਰੈਕ੍ਰੀਏਸ਼ਨ ਹੋਣਾ ਚਾਹੀਦਾ ਆ। ਐਂਡ ਇਫ ਯੂ ਵਾਂਟ ਦੈਟ ਯੂ ਹੈਵ ਟੂ ਇੰਪਰੂਵ ਐਂਡ ਬਿਲਡ ਦੀ ਇਨਫਰਾਸਟਰਕਚਰ, ਐਂਡ ਦੈਟ ਹੈਜ਼ ਬਿਨ ਲੈਕਿੰਗ। ਸੋ ਜਿਹੜੀ ਸਾਡੀ ਸਿਟੀ ਇਨਫਰਾਸਟਰਕਚਰ, ਡਜ਼ਨਟ ਮੈਟਰ ਕਿ ਉਹ ਪਾਰਕਸ ਐਂਡ ਰੈਕ੍ਰੀਏਸ਼ਨ ਹੋਇਆ ਜਾਂ ਉਹ ਜਿਹੜੇ ਸਾਡੇ ਰੋਡਸ ਆ, ਜੇ ਹੋਰ ਵੀ ਜਿਹੜੀ ਕਮਿਊਨਿਟੀ ਇਨਫਰਾਸਟਰਕਚਰ ਉਹਨੂੰ ਅਸੀਂ ਵਧਾਉਣਾ ਚਾਹੁੰਦੇ ਹਾਂ, ਐਂਡ ਇਨਕਲੂਡਿੰਗ ਥਿੰਗਸ ਲਾਈਕ ਸਰਵਿਸਿਜ਼, ਬਟ ਇਟਸ about our approach. ਅਸੀਂ ਲੋਕਾਂ ਨੂੰ ਇੱਕ ਡਿਗਨਿਟੀ ਦੇ ਹਿਸਾਬ ਨਾਲ, ਇੱਕ ਹਿਊਮਿਲਿਟੀ ਦੇ ਹਿਸਾਬ ਨਾਲ ਅਸੀਂ ਟਰੀਟ ਕਰਨਾ ਆ। ਵੀ ਵਾਂਟ ਟੂ ਮੇਕ ਸ਼ੋਰ ਦੈਟ ਵੀ ਇਨਸ਼ੋਰ ਦੈਟ ਦੇਅਰ ਬੇਸਿਕ ਨੀਡਸ ਆਰ ਮੈਟ, ਕਰਕੇ ਜਿਹੜਾ ਮਿਊਨਿਸਪਲ ਪੋਲੀਟਿਕਸ ਆ, ਇਟ ਰੀਅਲੀ ਡੀਲਸ ਵਿਦ ਲੋਕਾਂ ਦੀ ਡੇ ਟੂ ਡੇ ਲਾਈਵਸ। ਚੰਗੀ ਗੱਲ ਕੀਤੀ ਤੁਸੀਂ, ਲੋਕਲ ਪੋਲੀਟਿਕਸ ਦੀ ਗੱਲ ਕੀਤੀ। ਇਹ ਇੱਕ ਅੰਡਰ ਕਰੰਟ ਜਿਹਾ ਚੱਲ ਰਿਹਾ ਅੰਦਰੋਂ ਅੰਦਰੀ ਗੱਲ। ਪਿੱਛੇ ਜਿਹਾ ਆਪਣੀ ਪ੍ਰੋਵਿੰਸ਼ੀਅਲ ਗੌਰਮੈਂਟ ਦੀ ਵੀ ਥੋੜ੍ਹੀ ਜਿਹੀ ਗੱਲਬਾਤ ਆਈ ਸੀਗੀ
ਇਹ ਜਿਹੜਾ ਸਿਟੀ ਦਾ ਕੰਮਕਾਰ ਹੈਗਾ, ਇਹ ਜਿਹੜੀਆਂ ਦੂਸਰੀ ਇਡੀਓਲੋਜੀ ਪੋਲਿਟਿਕਸ ਤੋਂ ਪਾਸੇ ਹੀ ਰਹੇਗਾ ਨਾ? ਸਾਡੀ ਦਾ ਜੋ ਸਾਡਾ ਓਪੀਨੀਅਨ ਹੈ ਇਸ ਗੱਲ 'ਤੇ ਕਿ ਚਾਹੀਦਾ ਤਾਂ ਹੈਗਾ ਹੈ ਕਿ ਮਿਊਨਿਸਪਲ ਪੋਲਿਟਿਕਸ ਸ਼ੁੱਡ ਸਟੇ ਨਾਨ ਪਾਰਟੀਜ਼ਨ। ਸਾਡਾ ਆਉਣ ਦਾ ਇਹੀ ਇੱਕ ਮੇਨ ਰੀਜ਼ਨ ਇਹੀ ਸੀਗਾ ਕਿ ਜਦੋਂ ਤੁਸੀਂ ਪਾਰਟੀ ਪੋਲਿਟਿਕਸ ਜਾਂਦੇ ਆ ਫਿਰ ਤੁਹਾਨੂੰ ਆਪਣੇ ਜੋ ਮੁੱਦੇ ਆ ਉਹਨਾਂ ਦੇ ਉੱਪਰ ਕੰਮ ਕਰਨਾ ਬੜਾ ਔਖਾ ਹੋ ਜਾਂਦਾ, ਕਰਕੇ ਫਿਰ ਤੁਹਾਨੂੰ ਇੱਕ ਪਾਰਟੀ ਦੇ ਹਿਸਾਬ ਨਾਲ ਕੰਮ ਕਰਨਾ ਪੈਂਦਾ ਆ। ਐਜ਼ ਅ ਸਿਟੀ ਕਾਊਂਸਲ ਤੁਹਾਡੇ ਕੋਲ ਆਹ ਪਾਵਰ ਹੈਗੀ ਹੈ ਕਿ ਤੁਸੀਂ ਬਿਨਾਂ ਕਿਸੇ ਤੋਂ ਪਰਮਿਸ਼ਨ ਲੈ ਕੇ ਤੁਸੀਂ ਆਪਣੇ ਲੋਕਾਂ ਲਈ ਕੰਮ ਕਰ ਸਕਦੇ ਆ, ਉਹਨਾਂ ਦੀ ਆਵਾਜ਼ ਸਿਟੀ ਹਾਲ ਤੱਕ ਪਹੁੰਚਾ ਸਕਦੇ ਆ। ਯੂ ਕੈਨ ਡੂ ਇਟ ਅਨਅਪੋਲੋਜੈਟਿਕਲੀ ਐਂਡ ਦੈਟਸ ਦੀ ਅਟਰੈਕਸ਼ਨ ਆਫ ਮਿਊਨਿਸਪਲ ਪੋਲਿਟਿਕਸ, that you're not beholden to any party ideology, that you have the flexibility to meet people's needs. So ਉਹ ਜਿਹੜੀ ਪਿੱਛੇ ਜਿੰਨੀ ਵੀ ਗੱਲਾਂ ਹੁੰਦੀਆਂ ਸੀ ਜਾਂ ਸੱਜੇ ਪੱਖਿਓਂ ਜਾਂ ਖੱਬੇ ਪੱਖਿਓਂ, ਕਿ ਉਹ ਚੀਜ਼ਾਂ ਬਿਲਕੁਲ ਨਹੀਂ ਚਾਹੀਦੀਆਂ ਸਾਨੂੰ ਮਿਊਨਿਸਪਲ ਪੋਲਿਟਿਕਸ ਦੇ ਵਿੱਚ। we need to ensure they stay non-partisan. we need to ensure that people can speak out for their needs. ਸੋ ਤੁਸੀਂ ਇਸ ਗੱਲ ਨੂੰ ਕਮਿਟਡ ਆ? 100%। ਸਾਡਾ ਆਉਣ ਦਾ ਇਹੀ ਸੀਗਾ ਕਿ ਅਸੀਂ ਉਸ ਚੀਜ਼ ਤੋਂ ਦੂਰ ਰਹਿਣਾ ਚਾਹੁੰਦੇ ਹਾਂ। ਵੀ ਵਾਂਟ ਟੂ ਫਾਈਟ ਫॉर ਪੀਪਲ। ਹੁਣ ਦੇਖੋ, ਜੇ ਅਸੀਂ ਇੱਕ ਵਰਲਡ ਕਲਾਸ ਸਿਟੀ ਬਣਾਉਣੀ ਆ, ਵੀ ਹੈਵ ਟੂ ਸਟੈਂਡ ਅਪ ਫॉर ਜਿਹੜੇ ਸਾਡੇ ਪੋਸਟ ਸੈਕੰਡਰੀ ਇੰਸਟੀਟਿਊਸ਼ਨ ਆ। ਸਾਡੇ ਯੂਨੀਵਰਸਿਟੀ ਵੱਲ ਬੜਾ ਕਿੱਥੇ ਲੀਡਰ ਹੁੰਦਾ ਸੀ ਇਨੋਵੇਸ਼ਨ ਦੇ ਵਿੱਚ, ਟੈਕਨੋਲੋਜੀ ਦੇ ਵਿੱਚ ਲੀਡਰ ਸੀਗੇ ਅਸੀਂ 5-10 ਸਾਲ ਪਹਿਲਾਂ। ਅੱਜ ਅਸੀਂ ਪ੍ਰੋਵਿੰਸ ਦੇ ਵਿੱਚ ਵੀ ਨਹੀਂ ਲੀਡਰ ਹੈਗੇ, ਯੂਨੀਵਰਸਿਟੀ ਕਿਆਲਗਰੀ ਦੇ ਪਿੱਛੇ ਪੈ ਗਏ ਆ। ਸਾਡੇ ਜਿਹੜੇ ਕਾਉਂਸਲਰ ਉਹਨਾਂ ਕੋਲ ਇੱਕ ਮੌਕਾ ਆਇਆ, ਉਹਨਾਂ ਕੋਲ ਮੌਕਾ ਸੀਗਾ ਕਿ ਉਹ ਸਟੈਂਡ ਲੈ ਸਕਦੇ ਪ੍ਰੋਵਿੰਸ਼ਲ ਸਰਕਾਰ ਦੇ ਨਾਲ ਕਿ ਨਹੀਂ, ਅਸੀਂ ਨੋ ਮਰਜੀ ਡਜ਼ ਮੈਟਰ ਵਾਟ ਯੂ ਡੂ, ਅਸੀਂ ਜਿਹੜੇ ਕੱਟਸ ਆ ਉਹ ਅਲਾਉਡ ਨਹੀਂ ਕਰਨੇ। ਕਰਕੇ ਜੇ ਅਸੀਂ ਆਪਣੀ ਫਿਊਚਰ ਲਈ, ਆਪਣੇ ਬੱਚਿਆਂ ਲਈ ਸੋਚਦੇ ਹਾਂ, ਵੀ ਨੀਡ ਗੁੱਡ ਪੋਸਟ ਸੈਕੰਡਰੀ ਇੰਸਟੀਟਿਊਸ਼ਨਸ, ਵੀ ਨੀਡ ਟੂ ਕੰਟੀਨਿਊ ਟੂ ਇਨਵੈਸਟ ਇਨ ਆਰ ਪੋਸਟ ਸੈਕੰਡਰੀ ਇੰਸਟੀਟਿਊਸ਼ਨਸ। ਐਜ਼ ਅ ਕਾਉਂਸਲਰ ਯੂ ਨੀਡ ਟੂ ਬੀ ਏਬਲ ਟੂ ਸੇ ਦੈਟ ਐਂਡ ਨਾਟ ਬੀ ਅਫਰੇਡ ਆਫ ਐਨੀਥਿੰਗ। ਸੋ ਐਜ਼ ਅ ਮਿਊਨਿਸਪਲ ਕਾਉਂਸਲ ਤੁਹਾਨੂੰ ਪ੍ਰੋਵਿੰਸ਼ਲ ਸਰਕਾਰ ਨਾਲ ਵੀ ਕੰਮ ਕਰਨਾ ਪੈਂਦਾ ਹੈ, ਤੁਹਾਨੂੰ ਫੈਡਰਲ ਸਰਕਾਰ ਨਾਲ ਵੀ ਕੰਮ ਕਰਨਾ ਪੈਂਦਾ ਹੈ। ਐਂਡ ਇਫ ਵੀ ਅਲਾਉ ਫॉर ਪਾਰਟੀਜ਼ਨ ਪੋਲਿਟਿਕਸ ਇਟ ਮੇਕਸ ਇਟ ਸੋ ਮਚ ਹਾਰਡਰ। ਹੈਲੋ, ਇਸ ਵੇਲੇ ਮੇਰੇ ਨਾਲ ਰੰਧਾਵਾ ਸਾਹਿਬ ਨੇ, ਇਹਨਾਂ ਨੂੰ ਪੁੱਛਦੇ ਹਾਂ ਕਿਉਂਕਿ ਇਹ ਵੀ ਵਲੰਟੀਅਰ ਦੇ ਤੌਰ 'ਤੇ ਇੱਥੇ ਉਹਨਾਂ ਦੇ ਕੈਂਪੇਨ ਆਫਿਸ 'ਚ ਕੰਦੋਲੇ ਹੋਰਾਂ ਦੇ ਆਉਂਦੇ ਨੇ। ਤੁਸੀਂ ਜਨਾਬ ਲੋਕਾਂ ਨੂੰ ਫੋਨ ਕਰਦੇ ਹੋ, ਤੁਸੀਂ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋ, ਕਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ? ਫਸਟ ਆਫ ਆਲ ਜੀ ਥੈਂਕ ਯੂ ਪੰਜਾਬ ਚੈਨਲ ਦਾ ਸਾਨੂੰ ਕੁਝ ਲਫ਼ਜ਼ ਕਹਿਣ ਵਾਸਤੇ। ਅਤੇ ਮੈਂ ਸਮਝਦਾ ਜੀ ਕਿ ਲੋਕਾਂ ਨੂੰ, ਜਿਨ੍ਹਾਂ ਨੂੰ ਖਾਸ ਕਰ ਮੈਂ ਜ਼ਰਾ ਦੱਸਾਂ ਕਿ ਅਸੀਂ ਪਾਕਿਸਤਾਨੀ ਕਮਿਊਨਿਟੀ ਵੱਲੋਂ ਜਿਹੜੇ ਵੀ ਇਸ ਹਲਕੇ 'ਚ ਨੇ ਅਸੀਂ ਪੂਰੀ ਸਪੋਰਟ ਕਰ ਰਹੇ ਹਾਂ ਜੀ। ਹੈਗੇ ਤਾਂ ਪੰਜਾਬੀ ਆ ਨਾ? ਪੰਜਾਬੀ, ਹਾਂਜੀ ਜੀ, ਹਾਂਜੀ। ਨਹੀਂ, ਮੈਂ ਥੋੜ੍ਹਾ ਜਿਹਾ ਅਸੀਂ ਆਪਣੇ ਵੱਲੋਂ ਵੀ ਦਸੀਏ ਅਤੇ ਹਰਮਨ ਸਾਹਿਬ ਨੂੰ ਜੀ ਪੂਰੀ ਸਪੋਰਟ ਹੈ। ਲੋਕਾਂ ਦਾ ਬੜਾ ਤਕੜਾ ਜਿਹੜਾ ਨਾ ਜੀ ਰਿਸਪੌਂਸ ਆ ਰਿਹਾ, ਅਤੇ ਜਿਹਨਾਂ ਨਾਲ ਵੀ ਗੱਲ ਕਰੀ ਦੀ ਹੈ। ਅਤੇ ਹਰਮਨ ਸਾਹਿਬ ਇੱਕ ਮੇਰਾ ਖਿਆਲ ਹੈ ਕਿ ਖਾਸ ਕਰ ਜਿਹੜੇ ਸਾਡੀ ਯੰਗ ਜਨਰੇਸ਼ਨ ਹੈ, ਜਿਹੜੇ ਇੱਥੇ ਪਲੇ ਆਪਣਾ ਅਤੇ ਇੱਥੇ ਜੰਮੇ ਪਲੇ ਨੇ, ਉਹਨਾਂ ਨੂੰ ਉਹ ਪੋਲੀਟਿਕਸ ਤੋਂ ਬਹੁਤ ਹਟਦੇ ਨੇ, ਬੜੇ ਦੂਰ ਜਾਂਦੇ ਨੇ, ਡਰਦੇ ਨੇ ਉਹ। ਅਤੇ ਮੇਰਾ ਖਿਆਲ ਹਰਮਨ ਸਾਹਿਬ ਦਾ ਇਸ ਪੋਲੀਟਿਕਸ ਦੇ ਆਉਣ ਦੇ ਨਾਲ ਇਹ ਵੀ ਇੱਕ ਬੜਾ ਫਾਇਦਾ ਕਿ ਜਿਹੜੀ ਸਾਡੀ ਯੰਗ ਜਨਰੇਸ਼ਨ ਇੱਥੋਂ ਦੀ ਹੈ ਨਾ ਜੀ, ਉਹਨਾਂ ਦਾ ਇੱਕ ਐਂਬੀਸ਼ਨ, ਉਹਨਾਂ ਦੀ ਇੱਕ ਇੰਟਰਸਟ ਵੱਧ ਰਿਹਾ ਪੋਲੀਟਿਕਸ ਵਿੱਚ, ਜਿਹੜਾ ਬੜਾ ਜ਼ਰੂਰੀ ਹੈ ਸਾਡੇ ਕੱਲ੍ਹ ਆਉਣ ਵਾਸਤੇ। ਅਤੇ ਮੇਰਾ ਖਿਆਲ ਹੈ ਜੀ ਬਾਕੀ ਹਰਮਨ ਸਾਹਿਬ ਇੱਕ ਤਗੜੇ ਵਕੀਲ ਵੀ ਨੇ। ਹੀ ਨੋਜ਼ ਹਾਊ ਟੂ ਹੈਂਡਲ ਦ ਸਿਚੁਏਸ਼ਨ ਅਤੇ ਪ੍ਰੋਬਲਮ ਜਿਹੜੇ ਕਮਿਊਨਿਟੀ ਦੇ ਨੇ। ਅਤੇ ਆਈ ਥਿੰਕ ਇਸ ਵਾਰਡ ਵਾਸਤੇ ਦ ਬੈਸਟ ਰਿਪਰੈਜ਼ੈਂਟੇਸ਼ਨ ਹੈ। ਅਤੇ ਉਹਨਾਂ ਨੂੰ ਸਾਨੂੰ ਸਾਰਿਆਂ ਨੂੰ ਵੱਧ ਚੜ੍ਹ ਕੇ, ਹੁਣ ਪੋਲਿੰਗ ਸ਼ੁਰੂ ਹੋਵੇ, ਜਾ ਕੇ ਆਪਣਾ ਕੰਮ ਕਾਰ ਛੱਡ ਕੇ ਵੋਟ ਕਰਨਾ ਚਾਹੀਦਾ ਹੋਵੇ। ਅਤੇ ਇੱਦਾਂ ਦੀ ਸਾਡੀ ਪ੍ਰੈਜ਼ੈਂਟੇਸ਼ਨ ਹੀ ਉੱਥੇ ਸਾਨੂੰ ਰਿਪਰੈਜ਼ੈਂਟ ਕਰਨਾ ਚਾਹੀਦਾ ਜੀ। ਜਿਹੜੀ ਕਈ ਵਾਰੀ ਵੋਟਰ ਨੂੰ ਘਰੋਂ ਕੱਢਣਾ ਬੜਾ ਔਖਾ ਹੁੰਦਾ, ਉਹਦੇ ਲਈ ਕੀ ਤੁਸੀਂ ਕਰ ਰਹੇ ਆ? ਲੋਕਾਂ ਨੂੰ ਬਾਰ-ਬਾਰ ਫੋਨ ਕਰ ਰਹੇ ਜਾਂ ਹੋਰ ਕਿਹੜਾ ਢੰਗ ਤਰੀਕਾ ਅਪਣਾਇਆ ਜਾ ਰਿਹਾ? ਉਹਦੇ ਅਸੀਂ ਡੈਫੀਨੇਟਲੀ ਸਪੈਸ਼ਲੀ ਜਿਹੜਾ ਮਿਊਨਿਸਪੈਲਿਟੀ ਦੇ ਜਿਹੜਾ ਇਲੈਕਸ਼ਨ ਉਹਦਾ ਲੋਕਾਂ ਦੀ ਟਰਨ ਆਊਟ ਬਹੁਤ ਘੱਟ ਹੁੰਦਾ, ਉਹਦੇ ਵਾਸਤੇ ਉਹਨਾਂ ਦੇ ਲੀਡਰਸ਼ਿਪ ਦੇ ਵਿੱਚ ਵੀ ਆਰ ਡੂਇੰਗ ਆਵਰ ਬੈਸਟ। ਡਿਫਰੈਂਟ ਸਟ੍ਰੈਟਜੀਜ਼ ਅਪਣਾਈਆਂ ਜਾ ਰਹੀਆਂ ਨੇ, ਅਤੇ ਈਵਨ ਲੋਕਾਂ ਨੂੰ ਰਾਈਡਾਂ ਤੱਕ ਵੀ ਆਫਰ ਕੀਤੀ ਜਾ ਰਹੀ ਹੈ ਤਾਂ ਕਿ ਲੋਕ ਜਾਣ ਅਤੇ ਇੰਟਰਸਟ ਕ੍ਰੀਏਟ ਹੋਇਆ ਕਰਨ ਇਹਦੇ ਵਿੱਚ ਕਿ ਇਸ ਇਲੈਕਸ਼ਨ 'ਚ ਜਾ ਕੇ ਵੋਟ ਪਾ ਕੇ ਆਉਣਾ। ਅਤੇ ਫੋਨ ਤਾਂ ਕਰੀਦਾ ਜੀ, ਲੇਕਿਨ ਅਸੀਂ ਤਾਂ ਈਵਨ ਘਰਾਂ 'ਚ ਵੀ ਜਾ ਰਹੇ ਹਾਂ ਅਤੇ ਕੋਸ਼ਿਸ਼ ਕਰ ਰਹੇ ਹਾਂ ਕਿ ਪ੍ਰੀ ਪੋਲ ਦੇ ਵਿੱਚ ਜਿੰਨੇ ਵੀ ਵੋਟ ਵੱਧ ਤੋਂ ਵੱਧ ਕਰ ਸਕੀਏ। ਅਤੇ ਲੋਕਾਂ ਦਾ ਰਿਸਪੌਂਸ ਬਹੁਤ ਪੋਜ਼ੀਟਿਵ ਆ ਰਿਹਾ ਜੀ। ਅਤੇ ਇਹ ਤੁਹਾਨੂੰ 18 ਤਰੀਕ ਨੂੰ ਰਿਜ਼ਲਟ ਵੀ ਦੱਸੇਗਾ ਕਿ ਲੋਕਾਂ ਦਾ ਜੀ ਰਿਸਪੌਂਸ ਕਿਹਦਾ ਰਿਹਾ। ਬਹੁਤ ਬਹੁਤ ਮਿਹਰਬਾਨੀ ਜਨਾਬ, ਆਪਣੇ ਵਿਚਾਰ ਸਾਂਝੇ ਕਰਨ ਲਈ। ਥੈਂਕ ਯੂ। ਅਤੇ ਥੈਂਕ ਯੂ ਭਾਅ ਜੀ, ਤੁਸੀਂ ਹਮੇਸ਼ਾ ਸਾਨੂੰ ਮੌਕਾ ਦਿੰਦੇ ਜੇ, ਅਤੇ ਬਹੁਤ ਬਹੁਤ ਧੰਨਵਾਦ ਜੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।